ਇਜ਼ਰਾਈਲ ਅਤੇ ਈਰਾਨ ਵਿਚਕਾਰ ਜਿੱਥੇ ਯੁੱਧ ਚੱਲ ਰਿਹਾ ਤਾਂ ਉੱਥੇ ਹੀ ਗੈਸ ਅਤੇ ਤੇਲ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੇਲ ਅਤੇ ਗੈਸ ਦੀ ਘਾਟ ਹੋ ਸਕਦੀ ਹੈ। ਪਰ ਉੱਥੇ ਹੀ ਅੱਜ ਉਸ ਸੰਬੰਧ ਦੇ ਵਿੱਚ ਲੁਧਿਆਣਾ ਡੀਸੀ ਦਫ਼ਤਰ ਵਿਖੇ ਵੱਖ-ਵੱਖ ਏਜੰਸੀਆਂ ਤੋਂ ਲੋਕਾਂ ਵੱਲੋਂ ਪਹੁੰਚ ਕੇ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਜਿਹੀਆਂ ਖਬਰਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ। ਉੱਥੇ ਇਸ ਮੌਕੇ ਡੀਸੀ ਹਿਮਾਂਸ਼ੂ ਜੈਨ ਵੱਲੋਂ ਵੀ ਕਿਹਾ ਗਿਆ ਕਿ ਅਫਵਾਹਾਂ ਤੇ ਨਾ ਵਿਸ਼ਵਾਸ ਕੀਤਾ ਜਾਵੇ ਅਤੇ ਇਹ ਸਿਰਫ ਕਮਰਸ਼ੀਅਲ ਸਿਲੰਡਰਾਂ ਤੇ ਹੀ 20% ਰੋਕ ਲਗਾਈ ਗਈ ਹੈ। ਜੋ ਆਪਣੀ ਈਰਾਨ ਤੇ ਇਜ਼ਰਾਈਲ ਦੀ ਵਾਰ ਜਾਂ ਦੇ ਵਿੱਚ ਜੋ ਕੋਈ ਗੈਸ ਦੀ ਪਰੇਸ਼ਾਨੀ ਜੋ ਮੀਡੀਆ 'ਚ ਦੇਖਣ ਨੂੰ ਮਿਲੀ ਹੈ, ਉਹ ਅਸਲ ਦੇ ਵਿੱਚ ਉੱਦਾਂ ਦੀ ਕੋਈ ਪਰੇਸ਼ਾਨੀ ਹੈ ਨਹੀਂ ਹੈ। ਤੇ ਉਹਨੂੰ ਮਤਲਬ ਦੱਸਣ ਵਾਸਤੇ ਅਸੀਂ ਇੱਥੇ ਆਏ ਸੀਗੇ, ਬੁਲਾਇਆ ਗਿਆ ਸੀ ਵੀ ਕੋਈ ਪੈਨਿਕ ਨਹੀਂ ਹੈ, ਉਹ ਕੋਈ ਪੈਨਿਕ ਇੱਦਾਂ ਦਾ ਹੈ ਨਹੀਂ। ਮੇਨ ਕੋਈ ਪ੍ਰੋਬਲਮ ਨਹੀਂ ਆ ਰਹੀ। ਜੋ ਇੰਡਸਟਰੀ ਦੀ ਥੋੜੀ ਜਿਹੀ ਦਿੱਕਤ ਆ ਰਹੀ ਆ, ਉਹ ਮੇਰੇ ਖਿਆਲ ਹੋ ਜੂਗੀ ਜਲਦੀ ਤੋਂ ਜਲਦੀ ਸੋਲਵ। ਲੋਕੀ ਇੱਕ ਸਿਲੰਡਰ ਜਿਹਨਾਂ ਕੋਲ 2 ਸਿਲੰਡਰ ਨੇ ਉਹ ਸਾਰੇ ਭਰਾ ਰੱਖੀ ਜਾਂਦੇ ਨੇ। ਉਹ ਫਿਰ ਹੁਣ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਵੀ ਇੰਨੀ ਕੋਈ ਗੱਲ ਹੀ ਨਹੀਂ ਹੈਗੀ, ਕਿਉਂ ਤੁਸੀਂ ਇੰਨਾ ਪੈਨਿਕ ਕਰ ਰਹੇ ਹੋ। ਉਹ ਮੇਰੇ ਖਿਆਲ ਜਿਹੜਾ ਆਪਾਂ ਦੀ ਆਦਤ ਹੈ ਵੀ ਜੇ ਮੰਨ ਲਓ ਡੀਜ਼ਲ ਪੈਟਰੋਲ ਕਿਤੇ ਨਹੀਂ ਮਿਲਦਾ ਤਾਂ 10-20 ਲੀਟਰ ਬਣਾ ਲਓ, ਕੋਈ ਸ਼ਾਇਦ ਇਹ ਮਹੀਨੇ ਨਹੀਂ ਕੰਮ ਆਉਂਦਾ, ਅਗਲੇ ਮਹੀਨੇ ਕੰਮ ਆਉਂਦਾ। ਵੀ ਆਪਾਂ ਨੂੰ ਦੇਖਣਾ ਚਾਹੀਦਾ, ਜਿਹਦੇ ਕੋਲ ਨਹੀਂ ਹੈਗਾ ਉਹਨੂੰ ਮਿਲਣਾ ਚਾਹੀਦਾ। ਜੇ ਸਟੋਰ ਕਰਨ ਵਾਲਾ ਆਪਣਾ ਥੋੜਾ ਜਿਹਾ ਖਿਆਲ ਰੱਖਣਾ। ਕਮਰਸ਼ੀਅਲ ਜਿਵੇਂ ਸਿਲੰਡਰ ਬੰਦ ਕਰ ਦਿੱਤਾ ਗਿਆ ਦੁਬਾਰਾ ਆਪਾਂ 25 ਦਿਨਾਂ ਬਾਅਦ ਕਮਰਸ਼ੀਅਲ ਸਿਲੰਡਰ ਬੰਦ ਕੀਤਾ ਗਿਆ। ਕਮਰਸ਼ੀਅਲ ਸਿਲੰਡਰ ਕੁਝ ਬੰਦ ਕੀਤਾ ਗਿਆ ਵੀ ਪਹਿਲਾਂ ਡੋਮੈਸਟਿਕ ਸਿਲੰਡਰ ਘਰੇਲੂ ਸਿਲੰਡਰ ਨੂੰ ਆਪਾਂ ਪ੍ਰਾਇੋਰਟੀ ਦਈਏ ਤੇ ਕਮਰਸ਼ੀਅਲ ਬਾਰੇ ਵੀ ਕੋਈ ਫੈਸਲਾ ਆ ਜਾਊਗਾ। ਆਉਣ ਵਾਲੇ ਸਮੇਂ 'ਚ ਕਿਦਾਂ ਕੋਈ ਏਡੀ ਖਾਸ ਗੱਲ ਨਹੀਂ ਹੈ। ਪਬਲਿਕ ਨੂੰ ਅਪੀਲ ਕੀ ਕਰਨਾ ਚਾਹੁੰਦੇ ਜਿਹੜੇ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦਾ, ਕੋਈ ਪੈਨਿਕ ਦੀ ਜ਼ਰੂਰਤ ਨਹੀਂ ਹੈ। ਸਿਲੰਡਰ ਆਰਾਮ ਨਾਲ ਮਿਲ ਰਿਹਾ, ਮਿਲੂਗਾ ਵੀ, ਕੋਈ ਇਹੋ ਜਿਹਾ ਇਸ਼ੂ ਨਹੀਂ ਹੈ। 25 ਦਿਨ ਦੀ ਬੁਕਿੰਗ ਕਰੀ ਹੈ। ਪ੍ਰੈਸ਼ਰ ਥੋੜਾ ਜਿਹਾ ਟੈਕਨੀਕਲ ਪ੍ਰੋਬਲਮ ਸੀਗੀ, ਉਹਦੇ ਵਿੱਚ ਇੱਕ ਨਵਾਂ ਇੰਡੀਅਨ ਆਇਲ 1 ਐਪ ਹੈ, ਉਹ ਤੇ ਆਪਣੀ ਬੁਕਿੰਗ ਕਰਾਉਣ। ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ। ਜਿਵੇਂ ਸਿਲੰਡਰ ਮਹਿੰਗਾ ਵੇਚ ਰਹੇ ਕਈ ਬੰਦੇ, ਕੋਈ ਮਹਿੰਗਾ ਨਹੀਂ ਵੇਚ ਰਿਹਾ। ਜੇ ਮਹਿੰਗਾ ਵੇਚ ਰਿਹਾ ਉਹ ਆਪਣਾ ਧਿਆਨ ਰੱਖਣ, ਕਾਪੀ ਦੇ ਉੱਤੇ ਜੋ ਰੇਟ ਹੈ ਉਹ ਰੇਟ ਦੇ ਹਿਸਾਬ ਨਾਲ ਦੇਣ। ਉਹਨਾਂ ਕੋਲ ਮੈਸੇਜ ਜਾਂਦਾ 3 ਵਾਰ ਵੀ ਤੁਹਾਡੀ ਬੁਕਿੰਗ ਹੋ ਗਈ ਆ, ਤੁਹਾਨੂੰ ਇੰਨੇ ਪੈਸੇ ਤਿਆਰ ਰੱਖਿਓ, ਇੰਨੇ ਤੁਹਾਡੇ ਕੋਲ ਡਿਲੀਵਰੀ ਮੈਨ 2 ਦਿਨ ਨੂੰ ਆਊਗਾ, 3 ਦਿਨ ਨੂੰ ਆਊਗਾ, ਜੋ ਵੀ ਹੈ। ਅੱਜ ਸਾਡੇ ਲੁਧਿਆਣਾ ਮੈਨੇਜਮੈਂਟ ਨੇ ਇਹ ਮੀਟਿੰਗ ਬੁਲਾਈ ਸੀ। ਜਿੱਦਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਕੁਝ ਦਿਨਾਂ ਤੋਂ ये जो इराक एंड ईरान और ये इजराइल की वार चल रही है, जिसकी वजह से कुछ पेट्रोलियम प्रोडक्ट्स की सप्लाई इफेक्टेड होने की संभावना है। तो उसी को देखते हुए जो गवर्नमेंट ने प्रिकॉशंस लिए हैं एलपीजी गैस सिलेंडर के बारे में, इसमें 2 तरह की सप्लाई आती है। एक है हमारे बहनों बेटियों के घरों के लिए और एक है इंडस्ट्री के लिए, जो कि पहले हमारे भारत सरकार का एक मुहिम था कि इंडस्ट्री को साफ सुथरा ईंधन करना है और ट्रेडिशनल फ्यूल से गैस पे लेके आना है, जिसको भारत सरकार ने प्रमोट करा था। अब बहुत सी इंडस्ट्री हमारी गैस पे आ गई है। तो सोवर एज जो भारत सरकार ने एक कमेटी बनाई, उन्होंने बोला कि जो घरों की गैस है डोमेस्टिक, ये गैस किसी भी गृहिणी को इस गैस के बारे में तंगी नहीं आनी चाहिए। परंतु इस पे कहीं ना कहीं थोड़ा बहुत डाइवर्जन या की चीज़ थी, जिस पे गवर्नमेंट ने सिस्टम पे ब्रेक लगा दी कि जो बुकिंग है आज अगर मेरे को डिलीवरी हुई तो उसकी अगली बुकिंग 25 दिन बाद होगी। और उसी सिस्टम को अपग्रेड करते हुए लोगों को लग रहा है कि शायद गैस बंद हो गई है। गैस बंद नहीं हुई, गैस की सप्लाई जो है पीछे से थोड़ी सी रेगुलेट की गई है, जिसमें बुकिंग भी रेगुलेट कर देती और डिलीवरी भी रेगुलेट कर देती। जी बुकिंग है वो मोबाइल ऐप से और इंडियन ऑयल 1 ऐप से या भारत पेट्रोलियम के सिस्टम से होनी है, और जो डिलीवरी है वो DAC कोड जिसको बोलते हैं, जैसे आप बैंक में पैसा निकालते हैं OTP कोड से है। परंतु इसमें समस्या ये आ रही है कि जो बहुत सारे लोग जिनके पास छोटा फ़ोन है, लेबर क्लास हैं, जिनको पढ़ना ही नहीं आता, या जो जिनकी माताएं बहनें बच्चे बाहर रहते हैं, वो मोबाइल नहीं चला पाती, ना तो उनसे बुकिंग हो पा रही है और ना ही वो गैस की डिलीवरी प्राप्त करने में सक्षम हो रहे हैं, जिसकी वजह से वो रश कर रहे हैं गैस एजेंसियों पे, और जिसकी वजह से थोड़ा सा पैनिक भी क्रिएट हुआ अभी है। आपकी मीटिंग हुई है जो ADC मैम से, तो क्या बात हुई है? तो उन्होंने बोला कि हम यही जो तीनों ऑयल कंपनियों की मीटिंग बुलाएंगे और जहाँ भी कोई बॉटल नेक आएगा हमारे लुधियाना शहर वासियों को गैस की सप्लाई के लिए, उसके लिए वो HPC, भारत पेट्रोलियम और इंडियन ऑयल उनसे रेगुलेट करके लुधियाना की सप्लाई को बरकरार रखेंगे जी। और कमर्शियल सिलेंडर बंद कर दिया गया है, तो उसके लिए कुछ कमर्शियल सिलेंडर के लिए पूरा भारत सरकार ने तीनों ऑयल कंपनियों का एक कमेटी बना दी गई है
उस कमेटी का ईमेल आईडी सबको प्रसारित कर दिया गया है। जिस भी बंदे को गैस की ज़रूरत हो, जितनी भी चाहिए, वो अपनी फैक्ट्री की कंडीशन लिख रहा है और कितना उसको मंथली पिछला कंजम्पशन था उसका 1 साल का एवरेज कंजम्पशन के हिसाब से वो अभी इसको रेगुलेट करेंगे कि किसको कितनी सप्लाई किस ऑयल कंपनी से जाएगी। तो फिलहाल सिचुएशन क्या है, अभी अंडर कंट्रोल है? आज का जो सोल्यूशन है वो कमर्शियल सप्लाई आज बिल्कुल नहीं है, कहीं भी पिछले 2 दिन से नहीं आ रही। इसमें सिर्फ ऑयल कंपनी ने या भारत सरकार ने कह सकते हैं इसेंशियल सर्विसेज, जिसमें हॉस्पिटल और हमारे एजुकेशन इंस्टीट्यूशन है, उनसे वो लेटर लिख के ले रहे हैं और उनकी कंजम्पशन के हिसाब से जो कमर्शियल की सप्लाई उन्हीं को रिलीज कर रहे हैं। तो अभी आप कितने मेंबर्स अब आपके शामिल हुए मीटिंग में? हमारे लुधियाना के 80% जो गैस डीलर थे और इसके साथ पेट्रोलियम डीलर एसोसिएशन के प्रधान और उनके चारों अहदेदार सभी शामिल हुए। सत श्री अकाल जी साਰਿਆਂ ਨੂੰ। ਅੱਜ ਅਸੀਂ ਸਾਰੇ ਗੈਸ ਏਜੰਸੀਜ਼, OMCs, ਪੈਟਰੋਲ ਪੰਪਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਸਾਰੀ ਪੋਜੀਸ਼ਨ ਦੇ ਬਾਰੇ ਔਰ ਜੋ ਹਾਲਾਤ ਬਣੇ ਹੋਏ ਉਹਦੇ ਬਾਰੇ ਸਾਰੀ ਨੌਲੇਜ ਲੈਣ ਦੀ ਉਹਨਾਂ ਤੋਂ ਗੱਲਬਾਤ ਕੀਤੀ ਹੈ, ਸਟੇਟਸ ਜਾਣਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਬਿਲਕੁਲ ਤਸੱਲੀ ਦੇ ਨਾਲ ਸਾਰੇ ਲੁਧਿਆਣਾ ਵਾਸੀਆਂ ਨੂੰ ਬਿਲਕੁਲ ਨਿਸ਼ਚਿੰਤ ਕਰਨਾ ਚਾਹੁੰਦਾ ਕਿ ਸਾਡੇ ਕੋਲ ਕੋਈ ਵੀ ਕਿਸੇ ਵੀ ਤਰੀਕੇ ਦੀ ਡੋਮੈਸਟਿਕ ਗੈਸ ਦੀ ਕੋਈ ਕਮੀ ਨਹੀਂ ਹੈ। रूमर्स ਤੇ ਤੁਸੀਂ ਬਿਲਕੁਲ ਬਿਲੀਵ ਨਾ ਕਰੋ। ਜਦੋਂ ਰੂਮਰਸ ਫੈਲਦੇ ਆ ਉਦੋਂ ਇੱਕਦਮ ਹੋਰਡਿੰਗ ਔਰ ਡਿਮਾਂਡ ਜਿਹੜੀ ਉਹ ਵੱਧ ਜਾਂਦੀ ਹੈ, ਜਿਸ ਕਰਕੇ ਇਹ ਪ੍ਰੋਬਲਮਾਂ ਸ਼ੁਰੂ ਹੁੰਦੀਆਂ। ਪਰ ਸਾਡੇ ਕੋਲ ਲੁਧਿਆਣਾ ਦੇ ਵਿੱਚ ਐਡਿਕੁਏਟ ਸਪਲਾਈ ਚੇਨ ਮੌਜੂਦ ਹੈ ਔਰ ਹਰ ਇੱਕ ਕੁਆਂਟੀਟੀ ਦੇ ਵਿੱਚ ਜਿੰਨੀ ਵੀ ਐਡਿਕੁਏਟ ਕੁਆਂਟੀਟੀ ਦੇ ਵਿੱਚ ਸਪਲਾਈ ਮੌਜੂਦ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਕੋਈ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ। ਥੋੜੀ ਬਹੁਤੀ ਕਮਰਸ਼ੀਅਲ ਦੀ ਅਸੀਂ ਕੱਟ ਲਗਾਇਆ, जो बिल्कुल बेसिक कमर्शियल ते कट लगाया जो 20%, बाकी जिहड़ा हैगा बिल्कुल एज इट इज़ नॉर्मल है और एडिकुएट क्वांटिटी दे विच सारा स्टॉक मौजूद है, भावें वो डीजल हो, पेट्रोल हो या डोमेस्टिक गैस हो। सर, एक बुकिंग को लेकर के आ रही है। देखो मैं वही कहना चाहता कि कुछ इदां दी रूमर्स फैला दी गई है भी गैस की शॉर्टेज हो गई है, पर इदां दी बिल्कुल रूमर्स ते बिलीव ना करो। और मेरी सारिਆਂ ਨੂੰ ਦੁਬਾਰਾ ਤੋਂ ਮੁੜ ਬੇਨਤੀ ਹੈ ਕਿ ਜੇ ਇਦਾਂ ਦੀ ਰੂਮਰਸ ਫੈਲਦੀ ਹੈ ਔਰ ਇਦਾਂ ਦੀ ਜਦੋਂ ਆਪਾਂ ਆਰਟੀਫੀਸ਼ੀਅਲੀ ਡਿਮਾਂਡ ਨੂੰ ਹਾਈਕ ਕਰਦੇ ਹਾਂ ਤਾਂ ਪ੍ਰੋਬਲਮਸ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਬਿਲਕੁਲ ਨਿਸ਼ਚਿੰਤ ਰਹੋ, ਹਰ ਇੱਕ ਚੀਜ਼ ਪ੍ਰੋਪਰ ਤਰੀਕੇ ਨਾਲ ਬਿਲਕੁਲ ਮੌਜੂਦ ਹੈ और हर एक चीज़ अवेलेबल है एंड सफिशिएंट क्वांटिटी दे विच अवेलेबल। सर, जो बुकिंग को लेकर के प्रॉब्लम आ रही है, बुकिंग नहीं हो रही है, घरेलू गैस लोग अलग अलग मोड जो है बुकिंग को लेकर सिर्फ इसलिए प्रॉब्लम आ रही है क्योंकि एकदम से बहुत ज़्यादा डिमांड जो है सिस्टम के ऊपर आ रही है। इसलिए आप बिल्कुल शांति रखें, तरीके से आप जो जैसे नॉर्मल तरीके से पहले बुकिंग करते थे वैसे कीजिए। और आज गैस एजेंसीज को भी डायरेक्शन दी गई है कि जैसे उनकी बुकिंग होती थी कि भी इस घर उनको भी एक आइडिया होता है कि इतने दिनों बाद सिलेंडर जो है रिफ़िल होता है, तो वो जो है अपना प्रॉपर तरीके से सप्लाई चेन मेंटेन रखें और उनके पास एडिक्वेट क्वांटिटी में एडिक्वेट सप्लाई जो है मौजूद है। सर, ह्यूमर फैलाने वालों पे कोई कानूनी कार्रवाई की कुछ इस तरह की व्यवस्था कुछ और? अगर हमें किसी भी तरीके से पता लगता है कि किसी ऑथेंटिक सोर्स से कोई भी किसी भी व्यक्ति या किसी भी इंस्टीट्यूशन की तरफ से कोई रूमर जो है इस तरह की फैलाई जा रही है और पैनिक क्रिएट किया जा रहा है, तो हम डेफिनेटली उसके ऊपर FIR और कानूनी कार्रवाई करेंगे। सर, जो ऐप क्रैश हो रही है, लोगों को की अल्टरनेटिव वाली बुक करोगे? नहीं, लोगों को हेल्पलाइन नंबर भी हैगा ते लोगों को फिजिकल सेंटर्स दी भी लोकेशन हैगी और उन्होंने पता हैगा कि कित्थे जाके वो बुक करा सकते हैं। और एक क्रैश तां करके होंदी है जदों आपां एक सिस्टम दे उत्ते बहुत ज़्यादा ओवरलोड कर देंगे उस चीज़ नूं। तो मेरी सारिਆਂ ਨੂੰ बेनती है तुसीं थोड़ा जिहा पेशेंस रखो, एवरीथिंग इज़ नॉर्मल, एवरीथिंग इज़ स्टेबल एंड एडिक्वेट सप्लाई इज़ अवेलेबल। सारी चीज़ां तुहानूं टाइमली अवेलेबल हो जाणगियां, बस तुसीं जिहड़ा हैगा थोड़ा पेशेंस रख के एकदम सिस्टम के उत्ते हैवी डिमांड क्रिएट ना की जाए। और जिद्दां पहलां नॉर्मल वांग चलदा सी, डिमांड आपां रखदे सी, सिलेंडर बुक करते सी, उदां असीं करांगे तां गैस एजेंसी वालों एश्योरेंस दी गई है कि हर एक नूं जिहड़ा हैगा गैस की सप्लाई भी होगी, बुकिंग भी होगी। सर, इदां दी स्थिति दे विच ब्लैक डीलिंग शुरू हो जाती है। ब्लैक ਜਿਹੜਾ 1000 ਦਾ 950 सिलेंडर है वो 1500 1800 ਦਾ ਮਿਲਦਾ ਪਿਆ, ਫਿਲਹਾਲ ਹੁਣ ਵੀ ਮਿਲ ਰਿਹਾ। मैं सारे सिटीजनस ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਔਰ ਸਭ ਨੂੰ ਜਿਹੜੇ ਵੀ ਇਦਾਂ ਦੇ ਕੋਈ ਬਲੈਕ ਮੇਲਿੰਗ ਜਾਂ ਬਲੈਕ ਹੋਰਡਿੰਗ ਜਾਂ ਬਲੈਕ ਮਾਰਕੀਟ ਦੇ ਵਿੱਚ ਕੋਈ ਇਦਾਂ ਹੋਰਡਿੰਗ ਕਰ ਰਿਹਾ, ਉਹਨਾਂ ਨੂੰ ਵੀ ਮੈਂ ਇੱਕ ਚੇਤਾਵਨੀ ਦੇਣਾ ਚਾਹੁੰਦਾ ਕਿ ਜੇਕਰ ਸਾਡੇ ਕੋਲ
ਪੁਖਤਾ ਸਬੂਤ ਇਹਦੇ ਬਾਰੇ ਆਉਂਦੇ ਆ ਔਰ ਅਸੀਂ ਸਾਨੂੰ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਦਿੰਦਾ ਹੈ ਤਾਂ ਅਸੀਂ ਬਿਲਕੁਲ ਢਿੱਲ ਨਹੀਂ ਕਰਾਂਗੇ ਔਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਉਸ ਬੰਦੇ ਦੇ ਖਿਲਾਫ ਔਰ ਉਸ ਇੰਸਟੀਟਿਊਸ਼ਨ ਦੇ ਖਿਲਾਫ ਅਸੀਂ ਜ਼ਰੂਰ ਕਰਾਂਗੇ। ਸਰ ਜਿਹੜੀ ਇੰਡਸਟਰੀ ਨੂੰ ਦਿੱਕਤ ਆ ਰਹੀ ਹੈ ਜੀ ਉਹਦੀ ਸਰ ਕੀ ਅਲਟਰਨੇਟਿਵ ਹੈ? ਇੰਡਸਟਰੀ ਨੂੰ ਵੀ ਦਿੱਕਤ ਨਹੀਂ ਆ ਰਹੀ ਹੈ। ਮੈਂ ਵਹੀ ਕਹਿਣਾ ਚਾਹੁੰਦਾ ਕਿ ਅੱਜ ਸਵੇਰੇ ਵੀ ਮੇਰੀ 2-3 ਪ੍ਰੋਮਿਨੈਂਟ ਇੰਡਸਟਰੀਲਿਸਟ ਨਾਲ ਵੀ ਗੱਲ ਹੋਈ ਹੈ ਜੋ ਇੱਕ ਬਿਲਕੁਲ ਗੈਸ ਜਿਹੜੀ ਹੈਗੀ ਯੂਜ਼ ਕਰਦੇ ਆ ਕਟਿੰਗ ਦੇ ਵਿੱਚ, ਬਟ ਉਹਨਾਂ ਨੂੰ ਵੀ ਪ੍ਰੋਬਲਮ ਨਹੀਂ ਆ ਰਹੀ ਹੈ ਕਿਉਂਕਿ ਉਹਨਾਂ ਦੇ ਕੋਲ ਪ੍ਰੋਪਰ ਸਪਲਾਈ ਚੇਨ ਮੇਨਟੇਨਡ ਹੈ। ਸਿਰਫ ਕਮਰਸ਼ੀਅਲ ਸਿਲੰਡਰਸ ਤੇ 20% ਦਾ ਕੱਟ ਲਗਾਇਆ ਗਿਆ, ਦੈਟਸ ਇਟ।